ਹੈਲੋ ਹੈਲੋ ਕਲਾਸ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਆਪਣੇ ਚੈਪਟਰ ਦਾ ਸੈਕੰਡ ਪਾਰਟ ਕਰਦੇ ਹਾਂ। ਆਪਣਾ ਕੈਮੀਕਲ ਇਕੁਏਸ਼ਨਸ ਹੋ ਗਿਆ ਸੀਗਾ ਅਤੇ ਹੁਣ ਆਪਾਂ ਟਾਈਪਸ ਆਫ ਕੈਮੀਕਲ ਰਿਐਕਸ਼ਨ ਕਰਾਂਗੇ ਕਿ ਜਿਹੜੀਆਂ ਕੈਮੀਕਲ ਰਿਐਕਸ਼ਨਸ ਹੁੰਦੀਆਂ ਨੇ ਉਹ ਕਿੰਨੇ ਟਾਈਪ ਦੀਆਂ ਹੁੰਦੀਆਂ ਨੇ। ਉਹਨਾਂ ਦੀਆਂ 5 ਮੇਜਰ ਟਾਈਪਸ ਨੇ। ਤੁਸੀਂ ਦੇਖ ਰਹੇ ਹੋ ਕੰਬੀਨੇਸ਼ਨ ਰਿਐਕਸ਼ਨ, ਡੀਕੰਪੋਜੀਸ਼ਨ, ਡਿਸਪਲੇਸਮੈਂਟ, ਡਬਲ ਡਿਸਪਲੇਸਮੈਂਟ, ਆਕਸੀਡੇਸ਼ਨ ਐਂਡ ਰਿਡਕਸ਼ਨ ਐਂਡ ਆਪਾਂ ਇਹਨਾਂ ਸਾਰਿਆਂ ਨੂੰ ਹੁਣ ਡਿਟੇਲ 'ਚ ਪੜ੍ਹਾਂਗੇ। ਉਸ ਤੋਂ ਪਹਿਲਾਂ ਇੱਕ ਬੇਸਿਕ ਗੱਲ ਤੁਸੀਂ ਯਾਦ ਰੱਖਣੀ ਹੈ ਵੀ ਜਿਹੜੀਆਂ ਰਿਐਕਸ਼ਨਸ ਹੁੰਦੀਆਂ ਨੇ ਦੋ ਟਾਈਪ ਦੀਆਂ ਹੁੰਦੀਆਂ ਨੇ, ਐਗਜ਼ੋਥਰਮਿਕ ਜਾਂ ਫਿਰ ਐਂਡੋਥਰਮਿਕ। ਜਿਹੜੀ ਰਿਐਕਸ਼ਨ ਹੋਣ ਵੇਲੇ ਐਨਰਜੀ ਬਾਹਰ ਨਿਕਲੇ ਉਹਨੂੰ ਆਪਾਂ ਕਹਿੰਦੇ ਹਾਂ ਐਗਜ਼ੋਥਰਮਿਕ ਰਿਐਕਸ਼ਨ, ਅਤੇ ਜਿਹੜੀ ਰਿਐਕਸ਼ਨ ਕਰਾਉਣ ਵਾਸਤੇ ਆਪਾਂ ਨੂੰ ਐਨਰਜੀ ਦੇਣੀ ਪਵੇ ਉਹਨੂੰ ਆਪਾਂ ਕਹਿੰਦੇ ਹਾਂ ਐਂਡੋਥਰਮਿਕ ਰਿਐਕਸ਼ਨ। ਠੀਕ ਹੈ ਜੀ। ਫੋਰ ਐਗਜ਼ਾਮਪਲ ਜਿਵੇਂ ਆਪਾਂ ਘਰੇ ਦੇਖਦੇ ਹਾਂ ਜਨਰਲ ਜੀ ਐਸਿਡ ਹੁੰਦਾ ਆਪਣੇ ਕੋਲ। ਤੁਸੀਂ ਐਸਿਡ ਨੂੰ ਕਿਸੇ ਵੀ ਘਰੇ ਤੁਹਾਡੇ ਕੋਲ ਕੰਟੇਨਰ ਹੋਣਾ, ਕੋਈ ਗਲਾਸ ਦਾ ਹੋਣਾ ਜਾਂ ਕਿ ਕੋਈ ਵੀ ਕੰਟੇਨਰ ਹੋਣਾ, ਉਹਦੇ 'ਚ ਪਾ ਕੇ ਦੇਖਿਆ ਹੋਊਗਾ ਵੀ ਉਹ 'ਚੋਂ ਹੀਟ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ। ਮੀਨਜ਼ ਉਹ ਆਪਾਂ ਪਾਣੀ 'ਚ ਐਸਿਡ ਨੂੰ ਪਾਈਏ ਹੀਟ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਮਤਲਬ ਉਹ ਕਿਹੜੀ ਰਿਐਕਸ਼ਨ ਹੋ ਗਈ? ਐਗਜ਼ੋਥਰਮਿਕ। ਹੁਣ ਕੋਈ ਰਿਐਕਸ਼ਨ ਹੈ ਜਿਵੇਂ ਮੰਨ ਲਓ ਤੁਸੀਂ ਕੋਈ ਰਿਐਕਸ਼ਨ ਹੈ ਵੀ ਆਪਾਂ ਉਹਨੂੰ ਦੋ ਚੀਜ਼ਾਂ ਮਿਕਸ ਕਰਤੀਆਂ ਪਾਤੀਆਂ ਪਰ ਉਹ ਕੋਈ ਰਿਐਕਸ਼ਨ ਨਹੀਂ ਹੋਈ। ਜੇ ਆਪਾਂ ਉਹਨੂੰ ਹੀਟ ਕਰਾਂਗੇ ਜਾਂ ਕੁਛ ਵੀ ਕਰਾਂਗੇ ਰਿਐਕਸ਼ਨ ਸਟਾਰਟ ਹੋ ਜਾਂਦੀ ਹੈ। ਉਹ ਕਿਹੜੀਆਂ ਰਿਐਕਸ਼ਨ ਹੁੰਦੀਆਂ ਨੇ? ਐਂਡੋਥਰਮਿਕ। ਜਿਵੇਂ ਆਪਾਂ ਘਰੇ ਸਭ ਤੋਂ ਬੇਸਿਕ ਰਿਐਕਸ਼ਨ ਹੈ, ਜੇ ਤੁਸੀਂ ਦੇਖਦੇ ਹੋ ਵੀ ਜਦੋਂ ਆਪਾਂ ਉਹ ਕਰਦੇ ਹਾਂ ਆਪਣੀ ਸ਼ੂਗਰ ਹੈ ਉਹਨੂੰ ਆਪਾਂ ਪਾਣੀ 'ਚ ਡਿਜ਼ੋਲਵ ਕਰਦੇ ਹਾਂ, ਜੇ ਆਪਾਂ ਉਹਨੂੰ ਉੱਤੇ ਰੱਖ ਦਿੰਦੇ ਹਾਂ ਹੀਟ 'ਤੇ ਉਹ ਛੇਤੀ ਹੋਣ ਲੱਗ ਜਾਂਦੀ ਹੈ। ਮੀਨਜ਼ ਆਪਾਂ ਉਹਨੂੰ ਹੀਟ ਪ੍ਰੋਵਾਈਡ ਕਰਤੀ, ਰਿਐਕਸ਼ਨ ਹੋਣ ਲੱਗ ਗਈ। ਉਹ ਫਿਰ ਉਹ ਕਿਹੜੀ ਰਿਐਕਸ਼ਨ ਹੋਈ? ਐਂਡੋਥਰਮਿਕ। ਬਸ ਦੋ ਗੱਲਾਂ ਯਾਦ ਰੱਖਣੀਆਂ ਨੇ, ਜਿਹੜੀ ਰਿਐਕਸ਼ਨ ਹੋਣ 'ਤੇ ਐਨਰਜੀ ਬਾਹਰ ਨਿਕਲੇ ਉਹ ਐਗਜ਼ੋਥਰਮਿਕ ਹੈ, ਜਿਹੜੀ ਰਿਐਕਸ਼ਨ ਵਾਸਤੇ ਐਨਰਜੀ ਦੇਣੀ ਪਵੇ ਉਹ ਐਂਡੋਥਰਮਿਕ ਹੈ। ਹੁਣ ਆ ਜਾਓ ਆਪਾਂ ਟਾਈਪਸ ਦੀ ਗੱਲ ਕਰਦੇ ਹਾਂਗੇ। ਪਹਿਲੀ ਰਿਐਕਸ਼ਨ ਦੀ ਟਾਈਪ ਹੈ ਕੰਬੀਨੇਸ਼ਨ ਰਿਐਕਸ਼ਨ। ਨੇਮ ਤੋਂ ਹੀ ਕਲੀਅਰ ਹੋ ਰਿਹਾ ਜੀ ਵੀ ਕੰਬੀਨੇਸ਼ਨ ਵੀ ਅੱਜ ਕਿਹਦੀ ਗੱਲ ਹੋਊਗੀ? ਕੰਬਾਈਨ ਹੋਣ ਦੀ ਗੱਲ ਹੋਣੀ ਹੈ। ਕੋਈ ਵੀ ਰਿਐਕਸ਼ਨ ਜਿਹਦੇ 'ਚ ਦੋ ਜਾਂ ਦੋ ਤੋਂ ਵੱਧ ਰਿਐਕਟੈਂਟ ਕੰਬਾਈਨ ਹੋ ਕੇ ਪ੍ਰੋਡਕਟ ਬਣਾ ਦੇਣਾ ਉਹਨੂੰ ਕੀ ਕਹਿੰਦੇ ਆਪਾਂ? ਕੰਬੀਨੇਸ਼ਨ ਰਿਐਕਸ਼ਨ ਕਹਿੰਦੇ। ਸਿੰਪਲ ਭਾਸ਼ਾ 'ਚ ਵੀ ਜਿੱਥੇ ਦੋ ਜਾਂ ਦੋ ਤੋਂ ਵੱਧ ਰਿਐਕਟੈਂਟ ਕੰਬਾਈਨ ਹੋ ਜਾਣ ਅਤੇ ਪ੍ਰੋਡਕਟ ਬਣਾ ਦੇਣ ਉਹਨੂੰ ਆਪਾਂ ਕੀ ਕਹਿੰਦੇ ਹਾਂ ਜੀ? ਕੰਬੀਨੇਸ਼ਨ ਰਿਐਕਸ਼ਨ ਕਹਿੰਦੇ ਹਾਂ। ਐਗਜ਼ਾਮਪਲ ਹੈ ਜਿਵੇਂ ਦੇਖੋ ਤੁਹਾਡੇ ਕੋਲ ਕਿਕ ਲਾਈਮ ਹੈ, ਉਹਨੂੰ ਆਪਾਂ ਵਾਟਰ ਨਾਲ ਮਿਕਸ ਕਰ ਦਾਂਗੇ, ਉਹ ਕੀ ਬਣਾ ਦੂਗਾ? ਸਲੇਕ ਲਾਈਮ ਬਣਾ ਦੂਗਾ। ਅਤੇ ਹੀਟ ਬਾਹਰ ਨਿਕਲੂ। ਹੀਟ ਬਾਹਰ ਨਿਕਲੀ ਆ ਮੀਨਜ਼ ਇਹ ਰਿਐਕਸ਼ਨ ਕਿਹੜੀ ਹੈ? ਐਗਜ਼ੋਥਰਮਿਕ ਹੈ। ਕਾਰਬਨ ਹੈ ਜੀ, ਕਾਰਬਨ ਆਕਸੀਜਨ ਨਾਲ ਮਿਲ ਕੇ ਕਾਰਬਨ ਡਾਈਆਕਸਾਈਡ ਬਣ ਜਾਂਦਾ ਹੈ। ਹਾਈਡਰੋਜਨ ਹੈ, ਵਾਟਰ ਨਾਲ ਮਿਲ ਕੇ ਆਕਸੀਜਨ ਨਾਲ ਮਿਲ ਕੇ ਵਾਟਰ ਬਣ ਜਾਂਦਾ ਹੈ। ਠੀਕ ਹੈ। ਮੀਨਜ਼ ਦੋ ਰਿਐਕਟੈਂਟ ਉਰੇ ਕੰਬਾਈਨ ਹੋ ਕੇ ਪ੍ਰੋਡਕਟ ਬਣਾ ਰਹੇ ਨੇ ਤਾਂ ਇਹ ਰਿਐਕਸ਼ਨ ਕਿਹੜੀ ਹੋ ਗਈ? ਕੰਬੀਨੇਸ਼ਨ ਰਿਐਕਸ਼ਨ। ਅੱਗੇ ਆ ਗਈ ਡੀਕੰਪੋਜੀਸ਼ਨ ਰਿਐਕਸ਼ਨ। ਇਹ ਵੀ ਨੇਮ ਤੋਂ ਕਲੀਅਰ ਹੋ ਰਿਹਾ ਹੈ। ਇਹ ਨੇਮ ਤੋਂ ਕਿਵੇਂ ਕਲੀਅਰ ਹੋ ਰਿਹਾ ਤੁਸੀਂ ਦੇਖੋ, ਇਹਦੇ ਕੰਬੀਨੇਸ਼ਨ 'ਚ ਕੀ ਸੀਗਾ? ਜਦੋਂ ਵੀ ਕੋਈ ਦੋ ਰਿਐਕਟੈਂਟ ਇੱਕ ਪ੍ਰੋਡਕਟ ਬਣਾਉਣ। ਡੀਕੰਪੋਜੀਸ਼ਨ 'ਚ ਕੀ ਹੋ ਜਾਊਗਾ? ਜਦੋਂ ਕੋਈ ਸਿੰਗਲ ਰਿਐਕਟੈਂਟ ਟੁੱਟ ਜੇ, ਦੋ ਜਾਂ ਦੋ ਤੋਂ ਵੱਧ ਪ੍ਰੋਡਕਟਸ 'ਚ ਸਿੰਗਲ ਰਿਐਕਟੈਂਟ ਡੀਕੰਪੋਜ਼ ਹੋ ਜੇ। ਨਾਮ ਤੋਂ ਕਲੀਅਰ ਹੋ ਰਿਹਾ ਵੀ ਰਿਐਕਟੈਂਟ ਸਿੰਗਲ ਹੋਵੇ ਵੀ ਉਹ ਟੁੱਟ ਜੇ, ਇਹਦੇ 'ਚ ਦੋ ਜਾਂ ਦੋ ਤੋਂ ਵੱਧ ਪ੍ਰੋਡਕਟਸ ਟੁੱਟ ਜੇ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਪ੍ਰੋਡਕਟ ਡੀਕੰਪੋਜੀਸ਼ਨ ਰਿਐਕਸ਼ਨ ਕਹਿ ਦਿੰਦੇ ਹਾਂ। ਮੀਨਜ਼ ਉਹ ਆਪਣੇ ਸਿੰਪਲਰ ਪ੍ਰੋਡਕਟ ਬਣਾਉਂਦਾ ਬ੍ਰੇਕ ਹੋ ਕੇ। ਜਿਵੇਂ ਇੱਥੇ ਤੁਸੀਂ ਦੇਖੋ ਆਇਰਨ ਸਲਫੇਟ ਹੈ। ਆਇਰਨ ਸਲਫੇਟ ਨੂੰ ਇਹ ਜਿਹੜਾ ਐਰੋ ਦੇ ਉੱਤੇ ਆ ਟ੍ਰਾਇੰਗਲ ਹੁੰਦਾ ਨਾ ਛੋਟਾ ਜਿਹਾ, ਇਹਦਾ ਮਤਲਬ ਹੀਟ ਹੁੰਦਾ। ਇਹਦਾ ਮਤਲਬ ਵੀ ਆਪਾਂ ਹੀਟ ਦਿੱਤੀ ਹੈ ਰਿਐਕਸ਼ਨ ਹੋਣ ਵਾਸਤੇ। ਆਇਰਨ ਹੈ ਜੀ, ਆਇਰਨ ਕੀ ਹੋ ਗਿਆ? ਆਇਰਨ ਸਲਫੇਟ ਨੂੰ ਹੀਟ ਕਰਿਆ, ਉਹ ਕਿਹਦੇ 'ਚ ਟੁੱਟ ਗਿਆ? ਇੱਕ ਤਾਂ ਫੈਰਿਕ ਆਇਰਨ ਆਕਸਾਈਡ ਬਣ ਗਿਆ, ਫੈਰਿਕ ਆਕਸਾਈਡ। ਇੱਕ ਸਲਫਰ ਡਾਈਆਕਸਾਈਡ ਬਣ ਗਿਆ, ਇੱਕ ਸਲਫਰ ਟਰਾਈਆਕਸਾਈਡ ਬਣ ਗਿਆ। ਆਕਸਾਈਡ ਹੈ ਜੀ, ਇਹ ਸੋਲਿਡ ਹੈ। ਆਪਾਂ ਦੇਖੋ ਮੈਂਸ਼ਨ ਕਰਿਆ ਸਿਲਵਰ ਡਾਈਆਕਸਾਈਡ ਗੈਸ ਹੈ, ਸਿਲਵਰ ਟਰਾਈਆਕਸਾਈਡ ਗੈਸ ਹੈ। ਆਪਾਂ ਇੱਕ ਇਹਦੀ ਹੋਰ ਐਗਜ਼ਾਮਪਲ ਕਰਦੇ ਹਾਂ ਕੈਲਸ਼ੀਅਮ ਕਾਰਬੋਨੇਟ ਦੀ, ਜਿਹਨੂੰ ਆਪਾਂ ਲਾਈਮਸਟੋਨ ਵੀ ਕਹਿੰਦੇ ਹਾਂ। ਜੇ ਉਹਨੂੰ ਆਪਾਂ ਹੀਟ ਕਰਾਂਗੇ ਉਹ ਕੀ ਬਣ ਜੂਗਾ? ਉਹ ਦੋ 'ਚ ਟੁੱਟ ਜੂਗਾ, ਕੈਲਸ਼ੀਅਮ ਆਕਸਾਈਡ ਪਲੱਸ ਕਾਰਬਨ ਡਾਈਆਕਸਾਈਡ। ਜਿਵੇਂ ਆਪਾਂ ਡੈਫੀਨੇਸ਼ਨ ਪੜ੍ਹੀਏ ਵੀ ਸਿੰਗਲ ਪ੍ਰੋਡਕਟ ਕੀ ਦੇਵੇ? ਉਹ ਆਪਣੇ ਸਿੰਪਲ ਪ੍ਰੋਡਕਟਸ ਟੁੱਟ ਜੇ, ਸਿੰਗਲ ਰਿਐਕਟੈਂਟ। ਉਵੇਂ ਹੀ ਹੋ ਰਿਹਾ ਦੇਖੋ, ਉਰੇ ਫੈਰਸ ਸਲਫੇਟ ਟੁੱਟ ਗਿਆ, ਉਰੇ ਕਾਰਬੋਨੇਟ ਟੁੱਟ ਗਿਆ। ਠੀਕ ਹੈ। ਇਹ ਸਭ ਤੋਂ ਇੰਪੋਰਟੈਂਟ ਰਿਐਕਸ਼ਨ ਹੈ ਜੀ, ਇਹ ਵੇਰੀਅਸ ਇੰਡਸਟਰੀਜ਼ 'ਚ ਯੂਜ਼ ਹੁੰਦੀ ਹੈ ਜਿਹੜੀ
ਕਿਉਂਕਿ ਜਿਹੜਾ CaO ਹੈ ਇਹਦੇ ਬਹੁਤ ਮੇਜਰ ਯੂਜ਼ਸ ਨੇ। ਇਹਦਾ ਸਭ ਤੋਂ ਇੱਕ ਮੇਜਰ ਯੂਜ਼ ਹੈਗਾ ਵੀ ਇਹ ਸੀਮੈਂਟ ਬਣਾਉਣ ਦੇ ਕੰਮ ਆਉਂਦਾ ਹੈ। ਜਿਹੜਾ ਆਪਣੇ ਕੋਲੇ ਕੁਇਕਲਾਈਮ ਹੈ ਵੀ ਇਹ ਸੀਮੈਂਟ ਦੀ ਮੈਨੂਫੈਕਚਰਿੰਗ 'ਚ ਕੰਮ ਆਉਂਦਾ ਹੈ। ਐਂਡ ਜੇ ਇਹ ਰਿਐਕਸ਼ਨ ਜਿਹੜੀ ਡੀਕੰਪੋਜੀਸ਼ਨ ਰਿਐਕਸ਼ਨ ਹੈ ਹੀਟ ਦੀ ਪ੍ਰੈਜ਼ੈਂਸ 'ਚ ਹੋਵੇ, ਜਿਵੇਂ ਆਪਾਂ ਨੇ ਇਹ ਕਰੀ ਹੈ, ਦੇਖੋ ਹੀਟ ਦੇ ਕੇ ਕਰੀ ਹੈ, ਆ ਵੀ ਹੀਟ ਦੇ ਕੇ ਕਰੀ ਹੈ। ਜੇ ਰਿਐਕਸ਼ਨ ਹੀਟ ਦੀ ਪ੍ਰੈਜ਼ੈਂਸ 'ਚ ਹੋਵੇ ਉਹਨੂੰ ਆਪਾਂ ਕੀ ਕਹਿ ਦਿੰਦੇ ਫਿਰ ਥਰਮਲ ਡੀਕੰਪੋਜੀਸ਼ਨ ਕਹਿ ਦਿੰਦੇ ਆ। ਜਦੋਂ ਡੀਕੰਪੋਜੀਸ਼ਨ ਰਿਐਕਸ਼ਨ ਹੀਟ ਦੀ ਪ੍ਰੈਜ਼ੈਂਸ 'ਚ ਹੋਵੇ ਉਹਨੂੰ ਆਪਾਂ ਕੀ ਕਹਿ ਦਿੰਦੇ ਆ ਥਰਮਲ ਡੀਕੰਪੋਜੀਸ਼ਨ ਕਹਿ ਦਿੰਦੇ ਆ। ਜਿਵੇਂ ਦੇਖੋ ਉਰੇ ਆਪਾਂ ਹੀਟ ਦਿੱਤੀ, ਉਰੇ ਵੀ ਹੀਟ ਦਿੱਤੀ, ਇਹ ਕਿਹੜੀਆਂ ਰਿਐਕਸ਼ਨਸ ਹੋ ਗਈਆਂ ਐਂਡੋਥਰਮਿਕ। ਜਨਰਲੀ ਡੀਕੰਪੋਜੀਸ਼ਨ ਰਿਐਕਸ਼ਨਸ ਹੁੰਦੀਆਂ ਜਿਹੜੀ ਉਹ ਐਂਡੋਥਰਮਿਕ ਹੁੰਦੀਆਂ ਨੇ। ਹੁਣ ਇਹਦੇ 'ਚ ਇੱਕ ਇੰਪੋਰਟੈਂਟ ਰਿਐਕਸ਼ਨ ਹੁੰਦੀ ਹੈ ਵੀ ਜਦੋਂ ਜਿਹੜਾ ਆਪਣੇ ਕੋਲੇ ਸਿਲਵਰ ਕਲੋਰਾਈਡ ਹੁੰਦਾ ਹੈ AgCl, ਵੀ ਜੇ ਆਪਾਂ ਨੂੰ ਸਨਲਾਈਟ 'ਚ ਰੱਖ ਦਈਏ ਉਹ ਗ੍ਰੇ ਕਲਰ 'ਚ ਚੇਂਜ ਹੋ ਜਾਂਦਾ ਹੈ। ਕਿਉਂ ਹੋ ਜਾਂਦਾ? ਦੇਖੋ ਜਿਹੜਾ ਸਿਲਵਰ ਕਲੋਰਾਈਡ ਹੈ ਜੇ ਆਪਾਂ ਨੂੰ ਸਨਲਾਈਟ 'ਚ ਰੱਖ ਦਾਂਗੇ ਉਹ ਡੀਕੰਪੋਜ਼ ਹੋ ਜਾਊਗਾ ਸਿਲਵਰ ਐਂਡ ਕਲੋਰੀਨ 'ਚ। ਇਹ ਦੇਖੋ ਜਿਵੇਂ ਰਿਐਕਸ਼ਨ ਇਹ ਸਿਲਵਰ ਕਲੋਰਾਈਡ ਹੈ ਜੀ ਆਪਣੇ ਕੋਲੇ, ਆਪਾਂ ਨੂੰ ਸਨਲਾਈਟ 'ਚ ਰੱਖਿਆ, ਇਹ ਡੀਕੰਪੋਜ਼ ਹੋ ਗਿਆ Ag ਪਲੱਸ Ag ਕੀ ਹੈ ਸਿਲਵਰ ਹੈ ਪਲੱਸ ਕਲੋਰੀਨ, ਤਾਂ ਕਰਕੇ ਇਹਦਾ ਗ੍ਰੇ ਕਲਰ ਹੋਣ ਕਰਕੇ ਇਹ ਆਪਾਂ ਨੂੰ ਗ੍ਰੇ ਦਿਖਣਾ ਸ਼ੁਰੂ ਹੋ ਜਾਂਦਾ ਹੈ ਇਨ ਦੀ ਪ੍ਰੈਜ਼ੈਂਸ ਆਫ ਸਨਲਾਈਟ। ਦੂਜੀ ਰਿਐਕਸ਼ਨ ਹੈ ਜੀ ਸੇਮ ਐਜ਼ ਉੱਥੇ ਆਪਾਂ ਕਿਹੜਾ ਕਰਿਆ ਸੀ ਸਿਲਵਰ ਕਲੋਰਾਈਡ, ਹੁਣ ਗੱਲ ਕਰਾਂਗੇ ਸਿਲਵਰ ਬਰੋਮਾਈਡ ਦੀ। ਇਹਦਾ ਵੀ ਸੇਮ ਕੇਸ ਹੈ। ਇਹ ਰਿਐਕਸ਼ਨ ਦਾ ਇੱਕ ਹੋਰ ਬਹੁਤ ਵੱਡਾ ਯੂਜ਼ ਹੈ ਜਿਹੜੀ ਆਪਣੀ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਹੁੰਦੀ ਹੈ, ਉੱਥੇ ਇਹ ਰਿਐਕਸ਼ਨ ਯੂਜ਼ ਹੁੰਦੀ ਹੈ। ਬਲੈਕ ਐਂਡ ਵਾਈਟ ਫੋਟੋਗ੍ਰਾਫੀ ਹੁੰਦੀ ਜਿਹੜੀ ਆਪਣੀ, ਉੱਥੇ ਆਪਣੀ ਇਹ ਰਿਐਕਸ਼ਨ ਯੂਜ਼ ਹੁੰਦੀ ਹੈ। ਹਾਂਜੀ, ਇਹ ਆਪਣੀਆਂ ਦੋ ਟਾਈਪਸ ਹੋ ਗਈਆਂ, ਕੰਬੀਨੇਸ਼ਨ ਹੋ ਗਿਆ ਤੇ ਡੀਕੰਪੋਜੀਸ਼ਨ ਹੋ ਗਿਆ। ਕੰਬੀਨੇਸ਼ਨ 'ਚ ਕੀ ਸੀਗਾ, ਦੋ ਜਾਂ ਦੋ ਤੋਂ ਵੱਧ ਰਿਐਕਟੈਂਟ ਮਿਲ ਕੇ ਪ੍ਰੋਡਕਟ ਬਣਾਉਂਦੇ ਸੀਗੇ। ਡੀਕੰਪੋਜੀਸ਼ਨ 'ਚ ਕੀ ਹੈ, ਇੱਕ ਰਿਐਕਟੈਂਟ ਦੋ ਜਾਂ ਦੋ ਤੋਂ ਵੱਧ ਪ੍ਰੋਡਕਟਸ 'ਚ ਟੁੱਟ ਜਾਂਦਾ ਹੈ। ਅੱਗੇ ਆ ਗਈ ਜੀ ਆਪਣੀ ਡਿਸਪਲੇਸਮੈਂਟ ਰਿਐਕਸ਼ਨ। ਇਹ ਵੀ ਨੇਮ ਤੋਂ ਕਲੀਅਰ ਹੋ ਰਿਹਾ ਹੈ। ਡਿਸਪਲੇਸਮੈਂਟ ਰਿਐਕਸ਼ਨ ਦਾ ਮਤਲਬ ਕਿਸੇ ਚੀਜ਼ ਨੂੰ ਡਿਸਪਲੇਸ ਕਰਨਾ। ਠੀਕ ਹੈ, ਡਿਸਪਲੇਸ ਹੁਣ ਜੇ ਆਪਾਂ ਆਪਣੀ ਨਿੱਜੀ ਜ਼ਿੰਦਗੀ ਨਾਲ ਆਪਾਂ ਆਪਣੀ ਰੂਟੀਨ ਨਾਲ ਮਿਲ ਕੇ ਦੇਖੀਏ, ਜੇ ਆਪਾਂ ਦੇਖਣਾ ਹੋਵੇ ਵੀ ਕੋਈ ਵੀ ਤਕੜਾ, ਆਪਾਂ ਜੇ ਬੰਦੇ ਦੀ ਗੱਲ ਕਰੀਏ, ਹਮੇਸ਼ਾ ਤਕੜਾ ਬੰਦਾ ਮਾੜੇ ਬੰਦੇ ਨੂੰ ਡਿਸਪਲੇਸ ਕਰਦਾ। ਮੰਨ ਲਓ ਤੁਸੀਂ ਹੁਣ ਸਾਰੇ ਪੜ੍ਹਦੇ ਹੋ, ਸਕੂਲ ਜਾਂਦੇ ਹੋ, ਜੇ ਤੁਸੀਂ ਫਰੰਟ ਸੀਟ, ਜੇ ਤੁਹਾਡੀ ਸੀਟ 'ਤੇ ਕੋਈ ਬੈਠਾ ਹੈ, ਜੇ ਤਾਂ ਤੁਹਾਡੇ ਤੋਂ ਮਾੜਾ ਬੈਠਾ ਹੋਵੇ ਤੁਸੀਂ ਜਾ ਕੇ ਕਹਿ ਦੋਗੇ ਉੱਠ ਮੇਰੀ ਸੀਟ ਹੈ। ਠੀਕ ਹੈ ਜੀ, ਤੁਸੀਂ ਉਹਨੂੰ ਡਿਸਪਲੇਸ ਕਰਕੇ ਆਪ ਬਹਿ ਜਾਓਗੇ। ਜੇ ਤੁਹਾਡੇ ਤੋਂ ਉੱਥੇ ਕੋਈ ਪਹਿਲਾਂ ਹੀ ਤਕੜਾ ਬੈਠਾ ਹੈ ਤੁਸੀਂ ਉਹਨੂੰ ਜਾ ਕੇ ਕਹੋਗੇ, ਉਹ ਕਹਦੂ ਮੈਂ ਤਾਂ ਉੱਠਦਾ ਨਹੀਂ ਯਾਰ। ਠੀਕ ਹੈ, ਇਹਦੇ 'ਚ ਆਪਾਂ ਨੂੰ ਕੀ ਕਲੀਅਰ ਹੁੰਦਾ ਹੈ ਵੀ ਜਿਹੜੀ ਚੀਜ਼ ਤਕੜੀ ਹੈ ਉਹ ਵੀਕ ਨੂੰ, ਮਤਲਬ ਜਿਹੜੀ ਚੀਜ਼ ਸਟਰੋਂਗ ਹੈ ਉਹ ਵੀਕ ਨੂੰ ਡਿਸਪਲੇਸ ਕਰ ਦੂਗੀ। ਐਵੇਂ ਜੇ ਆਪਾਂ ਹੁਣ ਐਲੀਮੈਂਟਸ ਦੀ ਗੱਲ ਕਰੀਏ, ਇੱਥੇ ਗੱਲ ਆ ਜਾਂਦੀ ਹੈ ਰਿਐਕਟੀਵਿਟੀ ਦੀ। ਹੁਣ ਜਿਹੜਾ ਮੋਰ ਰਿਐਕਟਿਵ ਐਲੀਮੈਂਟ ਹੈ ਉਹ ਲੈਸ ਰਿਐਕਟਿਵ ਐਲੀਮੈਂਟ ਨੂੰ ਡਿਸਪਲੇਸ ਕਰ ਦਿੰਦਾ ਹੈ ਉਹਦੇ ਕੰਪਾਊਂਡ ਜਾਂ ਸੋਲਿਊਸ਼ਨ 'ਚੋਂ। ਦੇਖੋ ਕਿਵੇਂ, ਹੁਣ ਮੰਨ ਲਓ ਆਪਣੇ ਕੋਲ ਕਾਪਰ ਸਲਫੇਟ ਸੋਲਿਊਸ਼ਨ ਹੈ, ਆਪਾਂ ਉਹ 'ਚ ਆਇਰਨ ਪਾਤਾ। ਆਪਾਂ ਨੂੰ ਪਤਾ ਜੀ ਆਇਰਨ ਕਾਪਰ ਤੋਂ ਵੱਧ ਰਿਐਕਟਿਵ ਹੈ। ਇਹ ਕੀ ਕਰੂਗਾ, ਦੇਖੋ ਇਹਨੇ ਕਾਪਰ ਸਲਫੇਟ 'ਚੋਂ ਕਾਪਰ ਕੱਢ ਕੇ ਆਪ ਆ ਗਿਆ ਉੱਥੇ, ਕੀ ਬਣਾ ਲਿਆ ਫੈਰਸ ਸਲਫੇਟ ਪਲੱਸ ਕਾਪਰ ਕੀ ਰਹਿ ਗਿਆ ਕੱਲਾ। ਇਹ ਰਿਐਕਸ਼ਨ 'ਚ ਕੀ ਹੋਇਆ ਹੈ, ਆਇਰਨ ਡਿਸਪਲੇਸ ਹੋ ਗਿਆ, ਨਹੀਂ ਸੌਰੀ ਕਾਪਰ ਡਿਸਪਲੇਸ ਹੋ ਗਿਆ। ਇਹ ਦੇਖੋ ਕਿਵੇਂ, ਆਪਾਂ ਨੂੰ ਪਤਾ ਕਿਵੇਂ ਲੱਗੂ, ਇੱਧਰ ਧਿਆਨ ਦੇਣਾ ਹੁਣ ਸਾਰਿਆਂ ਨੇ। ਆਪਾਂ ਕੀ ਕਰਾਂਗੇ, ਆਪਾਂ ਕਰਾਂਗੇ ਆ ਦੇਖੋ, ਆਪਾਂ ਕਾਪਰ ਸਲਫੇਟ ਦਾ ਸੋਲਿਊਸ਼ਨ ਲਵਾਂਗੇ। ਕਾਪਰ ਸਲਫੇਟ ਦਾ ਸੋਲਿਊਸ਼ਨ ਲਿਆ ਜਦੋਂ, ਉਹਦੇ 'ਚ ਆਪਾਂ ਆਇਰਨ ਨੇਲਸ ਪਾਤੀਆਂ। ਆਇਰਨ ਨੇਲਸ ਜਦੋਂ ਪਾਤੀਆਂ, ਆਪਾਂ ਥੋੜ੍ਹੇ ਟਾਈਮ ਬਾਅਦ ਕੀ ਦੇਖਾਂਗੇ ਵੀ ਕੀ ਰਿਜ਼ਲਟ ਨਿਕਲਦਾ ਹੈ, ਵੀ ਜਿਹੜਾ ਆਇਰਨ ਨੇਲਸ ਨੇ, ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣਾ, ਇੱਕ ਮਿੰਟ ਆ ਦੇਖੋ ਵੀ ਜਿਹੜੀ ਆਇਰਨ ਰਿਐਕਸ਼ਨ ਤੋਂ ਬਾਅਦ ਆਪਣੀ ਜਿਹੜੀ ਵਾਈਟ ਆਇਰਨ ਨੇਲ ਸੀ ਉਹ ਗ੍ਰੇ ਹੋ ਗਈ, ਉਹ ਗ੍ਰੇ ਹੋ ਗਈ। ਜਿਹੜਾ ਕਾਪਰ ਸਲਫੇਟ ਸੋਲਿਊਸ਼ਨ ਸੀਗਾ ਬਲੂ ਕਲਰ ਦਾ, ਉਹ ਕੀ ਹੋ ਗਿਆ, ਉਹਦਾ ਕਲਰ ਫੇਡ ਹੋ ਗਿਆ। ਇਹ ਕਿਉਂ ਹੋ ਗਿਆ, ਵਾਈ ਕਿ ਜਿਹੜੀ ਆਇਰਨ ਨੇਲ ਸੀ ਉਹਨੇ ਬਰਾਊਨਿਸ਼ ਕਲਰ ਲੈ ਲਿਆ, ਐਂਡ ਜਿਹੜਾ ਕਾਪਰ ਸਲਫੇਟ ਦਾ ਸੋਲਿਊਸ਼ਨ ਹੈ ਉਹਦਾ ਕਲਰ ਕੀ ਹੋ ਗਿਆ, ਫੇਡ ਹੋ ਗਿਆ। ਉਹ ਕਿਉਂ ਹੋਇਆ, ਕਿਉਂਕਿ ਜਿਹੜਾ ਕਾਪਰ ਸਲਫੇਟ ਸੀਗਾ ਉਹ ਕਿਹਨੇ ਡਿਸਪਲੇਸ ਕਰਤਾ, ਆਇਰਨ ਨੇ। ਜਿਹੜਾ ਬਲੂ ਕਲਰ ਸੀ ਉਹ ਕਿਹਦਾ ਕਲਰ ਸੀਗਾ, ਕਾਪਰ ਸਲਫੇਟ ਸੋਲਿਊਸ਼ਨ ਦਾ। ਪਰ ਹੁਣ ਉਹਦੇ ਸੋਲਿਊਸ਼ਨ ਕਿਹੜਾ ਬਣ ਗਿਆ, ਫੈਰਸ ਸਲਫੇਟ। ਕਾਪਰ ਕੀ ਹੋ ਗਿਆ ਆਪਣਾ, ਬਾਹਰ ਆ ਗਿਆ ਜੀ।
ठीक है। ਤਾਂ ਕਰਕੇ ਵੀ ਉਹਦਾ ਕਲਰ ਗ੍ਰੇ ਕਿਉਂ ਹੋਇਆ, ਕਿਉਂਕਿ ਉਹਨੇ ਆਇਰਨ ਨੇ ਕਾਪਰ ਨੂੰ ਡਿਸਪਲੇਸ ਕਰਤਾ। ਹੁਣ ਇਹਦੀ ਇੱਕ ਹੋਰ ਐਗਜ਼ਾਮਪਲ ਦੇਖੋ, ਜਿਵੇਂ ਆਪਣੇ ਕੋਲੇ ਜਿੰਕ ਹੈ, ਆਪਾਂ ਜਿੰਕ ਨੂੰ ਕਾਪਰ ਸਲਫੇਟ ਨਾਲ ਉਹ ਕਰੀਏ, ਜੇ ਰਿਐਕਟ ਕਰੀਏ, ਜਿਹੜਾ ਜਿੰਕ ਹੈ ਇਹ ਵੀ ਕਾਪਰ ਸਲਫੇਟ ਤੋਂ ਵੱਧ ਰਿਐਕਟਿਵ ਹੈ ਜੀ। ਇਹ ਕੀ ਹੋਊਗਾ, ਜਿੰਕ ਸਲਫੇਟ ਬਣਾਊਗਾ, ਕਾਪਰ ਬਾਹਰ। ਲੈਡ ਨਾਲ ਕਰੀਏ ਕਾਪਰ ਕਲੋਰਾਈਡ ਨੂੰ, ਲੈਡ ਕੀ ਕਰ ਦੂਗਾ, ਕਾਪਰ, ਲੈਡ ਵੀ ਵੱਧ ਰਿਐਕਟਿਵ ਹੈ ਕਾਪਰ ਤੋਂ, ਉਹ ਵੀ ਕੀ ਕਰ ਦੂਗਾ, ਕਾਪਰ ਨੂੰ ਡਿਸਪਲੇਸ ਕਰ ਦੂਗਾ। ਉਹ ਕੀ ਬਣਾ ਦੂਗਾ, ਲੈਡ ਕਲੋਰਾਈਡ ਪਲੱਸ ਕਾਪਰ। ਮੀਨਸ ਜੈਡ ਐਂਡ ਜਿੰਕ ਐਂਡ ਲੈਡ ਆਰ ਮੋਰ ਰਿਐਕਟਿਵ ਦੈਨ ਕਾਪਰ। ਬੇਸਿਕ ਗੱਲ ਕੀ ਹੈ ਵੀ ਮੋਰ ਰਿਐਕਟਿਵ ਐਲੀਮੈਂਟ ਲੈਸ ਰਿਐਕਟਿਵ ਐਲੀਮੈਂਟ ਨੂੰ ਡਿਸਪਲੇਸ ਕਰ ਦਿੰਦਾ ਆਪਦੀ ਉਹਦੇ ਕੰਪਾਊਂਡ ਜਾਂ ਉਹਦੇ ਸੋਲਿਊਸ਼ਨ ਚੋਂ। ਹੁਣ ਅੱਗੇ ਗੱਲ ਆ ਗਈ ਜੀ, ਤੁਸੀਂ ਦੇਖੋ ਆਪਣੀ ਅਗਲੀ ਟਾਈਪ ਹੈ ਡਬਲ ਡਿਸਪਲੇਸਮੈਂਟ ਰਿਐਕਸ਼ਨ। ਇਹ ਰਿਐਕਸ਼ਨ ਕਿਵੇਂ ਹੁੰਦੀ ਹੈ, ਜੇ ਆਪਾਂ ਡਿਸਪਲੇਸਮੈਂਟ 'ਚ ਕੀ ਪੜ੍ਹਿਆ ਸੀਗਾ ਵੀ ਇੱਕ ਐਲੀਮੈਂਟ ਦੂਜੇ ਐਲੀਮੈਂਟ ਨੂੰ ਡਿਸਪਲੇਸ ਕਰ ਦਿੰਦਾ, ਉਹ ਕਲਰ ਰਹਿ ਜਾਂਦਾ। ਇਹਦੇ 'ਚ ਐਕਸਚੇਂਜ ਆਫ ਆਇਨਸ ਹੁੰਦਾ ਹੈ। ਜਿਵੇਂ ਤੁਸੀਂ ਪਹਿਲਾਂ ਐਗਜ਼ਾਮਪਲ ਦੇਖੋ, ਜਿਵੇਂ ਆਪਣੇ ਕੋਲ ਕੀ ਹੈ, ਇਹ ਸੋਡੀਅਮ ਸਲਫੇਟ ਹੈ, ਇਹ ਨਾਲ ਕੀ ਹੈ, ਬੇਰੀਅਮ ਕਲੋਰਾਈਡ ਹੈ। ਪ੍ਰੋਡਕਟ ਕੀ ਬਣਿਆ, ਬੇਰੀਅਮ ਸਲਫੇਟ ਸੋਡੀਅਮ ਕਲੋਰਾਈਡ। ਮੀਨਸ ਕੀ ਹੋ ਗਿਆ, ਆਇਨਸ ਐਕਸਚੇਂਜ ਹੋ ਗਏ ਨਾ। ਹੁਣ ਜੇ ਆਪਾਂ ਉਹਦੇ ਆਇਨਸ ਦੀ ਗੱਲ ਕਰੀਏ, ਇਹਦੇ ਆਇਨਸ ਕਿਹੜੇ ਕਿਹੜੇ ਸੀਗੇ, ਦੇਖੋ ਤੁਸੀਂ ਸੀਗੇ, ਇਹਦੇ ਆਇਨਸ Na2 ਪੋਜ਼ਿਟਿਵ, ਸਲਫਰ 2 ਨੈਗੇਟਿਵ। ਇਹਦੇ ਆਇਨਸ ਕਿਹੜੇ ਸੀਗੇ, ਬੇਰੀਅਮ 2 ਪੋਜ਼ਿਟਿਵ, ਕਲੋਰੀਨ 2 ਨੈਗੇਟਿਵ। ਹੁਣ ਇਹ ਕੀ ਬਣ ਗਿਆ, ਹੁਣ ਆਇਨਸ, ਬੇਰੀਅਮ ਆਇਨ ਹੈ ਜਿਹੜਾ ਉਹ ਸਲਫੇਟ ਨਾਲ ਜਾ ਕੇ ਲੱਗ ਗਿਆ, ਸੋਡੀਅਮ ਆਇਨ ਹੈ ਜਿਹੜਾ ਉਹ ਕਲੋਰੀਨ ਨਾਲ ਜਾ ਕੇ ਲੱਗ ਗਿਆ। ਵੀ ਉਹ ਰਿਐਕਸ਼ਨਸ in which there is a exchange of ions between reactant, in which there is a exchange of ions between reactants, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਡਬਲ ਡਿਸਪਲੇਸਮੈਂਟ ਰਿਐਕਸ਼ਨ ਕਹਿੰਦੇ ਆ। ਇਹ ਤੁਸੀਂ ਕਰਕੇ ਦੇਖ ਲਿਓ, ਤੁਸੀਂ ਦੇਖੋਗੇ ਆਪਾਂ ਦੋ ਟੈਸਟ ਟਿਊਬਸ ਲੈ ਲੈਣੀਆਂ ਨੇ। ਇੱਕ 'ਚ ਆਪਾਂ ਕੀ ਪਾ ਦਾਂਗੇ, ਸੋਡੀਅਮ ਸਲਫੇਟ ਪਾ ਦਾਂਗੇ, ਇੱਕ 'ਚ ਕੀ ਪਾ ਦਾਂਗੇ ਆਪਾਂ, ਬੇਰੀਅਮ ਕਲੋਰਾਈਡ ਪਾ ਦਾਂਗੇ। ਜਦੋਂ ਆਪਾਂ ਉਹਨਾਂ ਨੂੰ ਮਿਕਸ ਕਰਾਂਗੇ, ਆਪਾਂ ਕੀ ਓਬਜ਼ਰਵ ਕਰਾਂਗੇ ਵੀ ਇੱਕ ਵਾਈਟ ਕਲਰ ਦਾ ਸਬਸਟੈਂਸ ਬਣਿਆ ਜਿਹੜਾ ਕਿ ਇਨਸੋਲੂਬਲ ਹੈ ਵਾਟਰ 'ਚ। ਠੀਕ ਹੈ, ਉਹ ਕੀ ਹੈ ਜੀ, ਉਹ ਵਾਈਟ ਪ੍ਰੈਸੀਪਿਟੇਟ ਬਣ ਗਏ ਬੇਰੀਅਮ ਸਲਫੇਟ ਦੇ। ਹੁਣ ਆਪਾਂ ਨੂੰ ਪਤਾ NaCl ਤਾਂ ਪਾਣੀ 'ਚ ਡਿਜ਼ੋਲਵ ਹੁੰਦਾ, ਪਰ ਜਿਹੜੇ ਪ੍ਰੈਸੀਪਿਟੇਟ ਨੇ ਇਹ ਡਿਜ਼ੋਲਵ ਨਹੀਂ ਹੁੰਦੇ। ਤੇ ਪ੍ਰੈਸੀਪਿਟੇਟ ਬਣੇ ਕਿਵੇਂ ਨੇ, ਇਹ ਕਿਵੇਂ ਬਣੇ ਨੇ, ਇਹ ਜਦੋਂ ਬੇਰੀਅਮ ਤੇ ਸਲਫੇਟ ਆਪਸ 'ਚ ਰਿਐਕਟ ਕਰ ਗਏ, ਉਦੋਂ ਕੀ ਬਣ ਗਿਆ, ਇਹ ਬੇਰੀਅਮ ਤੇ ਬੇਰੀਅਮ ਸਲਫੇਟ ਬਣ ਗਿਆ, ਵਾਈਟ ਪ੍ਰੈਸੀਪਿਟੇਟ ਬਣ ਗਿਆ। ਬੇਸਿਕ ਡਿਫਰੈਂਸ ਕੀ ਹੈ ਡਿਸਪਲੇਸਮੈਂਟ ਰਿਐਕਸ਼ਨ 'ਚ, ਕੀ ਸੀਗਾ ਵੀ ਮੋਰ ਰਿਐਕਟਿਵ ਐਲੀਮੈਂਟ ਲੈਸ ਰਿਐਕਟਿਵ ਐਲੀਮੈਂਟ ਨੂੰ ਡਿਸਪਲੇਸ ਕਰਕੇ ਉਹਦੀ ਜਗ੍ਹਾ ਲੈ ਲੈਂਦਾ ਸੀਗਾ। ਡਬਲ ਡਿਸਪਲੇਸਮੈਂਟ 'ਚ ਕੀ ਹੈ, ਐਕਸਚੇਂਜ ਆਫ ਆਇਨਸ ਹੁੰਦੇ ਨੇ। ਇਹ ਇਹਨਾਂ ਦਾ ਬੇਸਿਕ ਡਿਫਰੈਂਸ ਹੈ ਜੀ। ਠੀਕ ਹੈ, ਅੱਗੇ ਆਪਣੀ ਨੈਕਸਟ ਐਂਡ ਲਾਸਟ ਟਾਈਪ ਕੀ ਹੈ ਰਿਐਕਸ਼ਨ ਦੀ, ਆਕਸੀਡੇਸ਼ਨ ਐਂਡ ਰਿਡਕਸ਼ਨ ਰਿਐਕਸ਼ਨ। ਪਹਿਲਾਂ ਤੁਸੀਂ ਆਹ ਦੇਖੋ, ਆਪਾਂ ਫਿਰ ਕਰਾਂਗੇ। ਪਹਿਲਾਂ ਤੁਸੀਂ ਐਗਜ਼ਾਮਪਲ ਦੇਖੋ, ਜੇ ਆਪਾਂ ਕਰੀਏ ਕਾਪਰ ਪਲੱਸ ਆਕਸੀਜਨ, ਇਹਨੇ ਕੀ ਬਣਾ ਲਿਆ, ਕਾਪਰ ਆਕਸਾਈਡ ਬਣਾ ਲਿਆ। ਤੁਸੀਂ ਦੇਖਿਓ ਵੀ ਜਿਹੜਾ ਸਰਫੇਸ ਹੈ ਕਾਪਰ ਪਾਊਡਰ ਦਾ, ਉਹ ਦਾ ਨੈਚੁਰਲ ਕਲਰ ਜਿਹੜਾ ਬਰਾਊਨ ਹੁੰਦਾ ਹੈ ਉਹ ਬਲੈਕ ਹੋ ਜਾਊਗਾ। ਜਿਹੜਾ ਕਾਪਰ ਆਕਸਾਈਡ ਦਾ ਕਲਰ ਹੈ ਉਹ ਬਲੈਕ ਹੁੰਦਾ ਹੈ, ਕਾਪਰ ਦਾ ਬਰਾਊਨ ਹੁੰਦਾ ਹੈ। ਆਪਾਂ ਦੇਖਾਂਗੇ ਵੀ ਜਦੋਂ ਆਪਾਂ ਕਾਪਰ ਪਾਊਡਰ ਨੂੰ ਹੀਟ ਕਰਾਂਗੇ, ਉਹ ਕੀ ਹੋ ਜਾਊਗਾ, ਉਹ ਬਲੈਕ ਕਾਪਰ ਆਕਸਾਈਡ ਬਣ ਜਾਊਗਾ। ਪਰ ਜੇ ਆਪਾਂ ਜਿਹੜਾ ਹੀਟਡ ਆਪਣਾ ਮਟੀਰੀਅਲ ਹੈ, ਆਪਾਂ ਹਾਈਡਰੋਜਨ ਗੈਸ ਪਾਸ ਕਰੀਏ ਉਹਦੇ ਉੱਪਰ ਦੀ, ਜਿਹੜਾ ਬਲੈਕ ਕੋਟਿੰਗ ਸਰਫੇਸ ਸੀਗਾ ਉਹ ਫੇਰ ਬਰਾਊਨ ਹੋ ਜਾਊਗਾ। ਵੀ ਮੀਨਸ ਰਿਵਰਸ ਰਿਐਕਸ਼ਨ ਨੇ ਪਲੇਸ ਹੋਈ ਹੈ ਐਂਡ ਕਾਪਰ ਇਜ਼ obtained। ਤੁਸੀਂ ਦੇਖੋ, ਜੇ ਆਪਾਂ ਕਾਪਰ ਆਕਸਾਈਡ ਹੈ ਉਹਨੂੰ ਹਾਈਡਰੋਜਨ ਪਾਈਏ, ਹੀਟ ਦਈਏ, ਕਾਪਰ ਪਲੱਸ ਵਾਟਰ ਬਣ ਜਾਊਗਾ। ਕਿਵੇਂ ਵੀ ਆਪਣਾ ਕਾਪਰ ਹੈ ਜਿਹੜਾ, ਜੇ ਆਪਾਂ ਉਹਨੂੰ ਹੀਟ ਕਰੀਏ ਉਹ ਆਪਣਾ ਕਾਪਰ ਪਾਊਡਰ ਬਲੈਕ ਕਾਪਰ ਆਕਸਾਈਡ ਬਣ ਜਾਊਗਾ। ਪਰ ਜੇ ਆਪਾਂ ਜਿਹੜਾ ਆਪਾਂ ਹੀਟ ਕਰ ਰਹੇ ਹਾਂ ਕਾਪਰ ਆਕਸਾਈਡ ਬਣ ਗਿਆ, ਜੇ ਆਪਾਂ ਉਹਦੇ ਉੱਪਰ ਦੀ ਹਾਈਡਰੋਜਨ ਗੈਸ ਪਾਸ ਕਰ ਦਈਏ ਤਾਂ ਜਿਹੜਾ ਬਲੈਕ ਕੋਟਿੰਗ ਸਰਫੇਸ ਹੈ ਉਹ ਫਿਰ ਬਰਾਊਨ ਟਰਨ ਹੋ ਜਾਊਗਾ। ਕਿਉਂ, ਰਿਵਰਸ ਰਿਐਕਸ਼ਨ ਟੇਕਸ ਪਲੇਸ ਹੋ। ਹੁਣ ਇੱਥੋਂ ਆਪਣੀ ਬੇਸਿਕ ਗੱਲ ਹੁੰਦੀ ਹੈ ਵੀ ਇੱਥੇ ਕੀ ਹੋ ਰਿਹਾ ਸੀ, ਆਕਸੀਡੇਸ਼ਨ ਐਂਡ ਰਿਡਕਸ਼ਨ ਹੋ ਰਹੀ ਸੀ। ਬੇਸਿਕ ਜਿਹੜਾ ਆਪਾਂ ਯਾਦ ਰੱਖਣਾ ਉਹ ਕੀ ਹੈ, ਜਿਹੜਾ ਆਕਸੀਡੇਸ਼ਨ ਹੁੰਦਾ ਹੈ ਐਡੀਸ਼ਨ ਆਫ ਆਕਸੀਜਨ ਹੁੰਦਾ ਹੈ, ਐਂਡ ਰਿਡਕਸ਼ਨ ਹੁੰਦਾ ਹੈ ਉਹ ਲਾਸ ਆਫ ਆਕਸੀਜਨ ਹੁੰਦਾ ਹੈ। ਇਹ ਬੇਸਿਕ ਹੈ ਜੀ ਆਪਣਾ। ਆਕਸੀਡੇਸ਼ਨ ਐਡੀਸ਼ਨ ਆਫ ਆਕਸੀਜਨ ਹੈ, ਰਿਡਕਸ਼ਨ ਲਾਸ ਆਫ ਆਕਸੀਜਨ ਹੈ। ਜਿਵੇਂ ਹੁਣ ਤੁਸੀਂ ਆਹ ਦੇਖੋ, ਆਪਾਂ ਆਹ ਰਿਐਕਸ਼ਨ ਲੈ ਰਹੇ ਹਾਂਗੇ, ਕਾਪਰ ਆਕਸਾਈਡ ਪਲੱਸ ਹਾਈਡਰੋਜਨ ਹੀਟ ਕਾਪਰ ਪਲੱਸ ਵਾਟਰ। ਹੁਣ ਤੁਸੀਂ ਦੇਖੋ ਕਾਪਰ ਆਕਸਾਈਡ ਤੋਂ ਕੀ ਬਣ ਗਿਆ, ਕਾਪਰ, ਮਤਲਬ ਆਕਸੀਜਨ ਕੀ ਹੋ ਗਈ, ਲਾਸ ਆਫ ਆਕਸੀਜਨ।
ਇਹਦੀ ਮਤਲਬ ਕੀ ਹੋ ਗਿਆ ਦਾ, ਇਹਦੀ ਹੋ ਗਈ ਰਿਡਕਸ਼ਨ। ਹੁਣ ਜੇ ਆਪਾਂ ਉਰੇ ਹਾਈਡਰੋਜਨ ਦੇਖੀਏ, ਉਰੇ H2 ਸੀ, ਉਰੇ H2O ਬਣ ਗਿਆ, ਮਤਲਬ ਆਕਸੀਜਨ ਕੀ ਹੋ ਗਈ ਐਡ। ਐਡੀਸ਼ਨ ਆਫ ਆਕਸੀਜਨ ਕੀ ਹੁੰਦਾ ਹੈ, ਆਕਸੀਡੇਸ਼ਨ। ਇੱਧਰੋਂ ਆ ਜਾਓ, ਦੇਖੋ ਉਰੇ ਕਾਪਰ ਕੀ ਸੀ ਕੱਲਾ, ਨਾਲ ਆਕਸੀਜਨ ਲੱਗ ਗਈ ਇੱਧਰ ਪ੍ਰੋਡਕਟ 'ਚ, ਇਹ ਕੀ ਬਣ ਗਿਆ ਐਡੀਸ਼ਨ ਆਫ ਆਕਸੀਜਨ ਹੋ ਗਈ, ਮਤਲਬ ਉਰੇ ਕੀ ਹੋਈ ਹੈ ਆਕਸੀਡੇਸ਼ਨ। ਉਰੇ ਕੀ ਸੀ ਕਾਪਰ ਹੈ ਪਲੱਸ ਹਾਈਡਰੋਜਨ ਹੈ, ਕਾਪਰ ਨਾਲ ਆਕਸੀਜਨ ਹਟ ਗਈ, ਮਤਲਬ ਕੀ ਹੋ ਗਈ ਰਿਡਕਸ਼ਨ। ਹਾਈਡਰੋਜਨ ਨਾਲ ਆਕਸੀਜਨ ਲੱਗ ਗਈ, ਮਤਲਬ ਕੀ ਹੋ ਗਈ ਆਕਸੀਡੇਸ਼ਨ, ਜਿਹੜੀ ਆਪਾਂ ਰਿਐਕਸ਼ਨ ਅੱਗੇ ਕਰੀ। ਮੀਨਸ ਇਹ ਇੱਕ ਹੀ ਰਿਐਕਸ਼ਨ ਹੈ ਜਿਹਦੇ ਵਿੱਚ ਨਾਲ ਤਾਂ ਆਕਸੀਡੇਸ਼ਨ ਹੋ ਰਹੀ ਹੈ ਨਾਲ ਰਿਡਕਸ਼ਨ ਹੋ ਰਹੀ ਹੈ। ਉਸ ਟਾਈਪ ਦੀਆਂ ਰਿਐਕਸ਼ਨਸ ਜਿਨ੍ਹਾਂ 'ਚ ਆਕਸੀਡੇਸ਼ਨ ਐਂਡ ਰਿਡਕਸ਼ਨ ਬੋਥ ਟੇਕਸ ਪਲੇਸ ਸਾਈਮਲਟੇਨੀਅਸਲੀ, ਵੀ ਨਾਲ ਨਾਲ ਹੋਣ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਰਿਡੌਕਸ ਰਿਐਕਸ਼ਨ ਕਹਿੰਦੇ ਆ। ਜਿਵੇਂ ਹੋਰ ਐਗਜ਼ਾਮਪਲ ਦੇਖੋ ਤੁਸੀਂ, ਜ਼ਿੰਕ ਆਕਸਾਈਡ ਹੈ ਪਲੱਸ ਕਾਰਬਨ, ਜ਼ਿੰਕ ਪਲੱਸ ਕਾਰਬਨ। ਜ਼ਿੰਕ ਦੀ ਕੀ ਹੋਈ ਹੈ ਜੀ, ਦੇਖੋ ਜ਼ਿੰਕ ਆਕਸਾਈਡ ਸੀ ਇਕੱਲਾ ਜ਼ਿੰਕ ਰਹਿ ਗਿਆ, ਲਾਸ ਆਫ ਆਕਸੀਜਨ ਹੋਈ ਹੈ, ਮਤਲਬ ਇਹਦਾ ਕੀ ਹੋ ਗਿਆ ਰਿਡਕਸ਼ਨ। ਕਾਰਬਨ ਸੀ, ਕਾਰਬਨ ਮੋਨੋਆਕਸਾਈਡ ਬਣ ਗਈ, ਇਹ ਕੀ ਹੋ ਗਿਆ CCCO ਬਣ ਗਿਆ, ਐਡੀਸ਼ਨ ਆਫ, ਇਹਦੀ ਮਤਲਬ ਇਹਦਾ ਕੀ ਹੋਇਆ ਆਕਸੀਡੇਸ਼ਨ ਹੋਈ ਹੈ, ਇਹ ਵੀ ਕੀ ਹੈ ਰਿਡੌਕਸ ਰਿਐਕਸ਼ਨ। ਐਂਡ ਅਗਲੀ ਰਿਐਕਸ਼ਨ ਦੇਖੋ MnO2 ਹੈ, ਮੈਂਗਨੀਜ਼ ਆਕਸਾਈਡ, ਇਹਦੇ 'ਚ ਕੀ ਇੱਧਰ HCl ਹੈ, ਇਹ ਕੀ ਬਣ ਗਿਆ MnO2 ਤੋਂ MnCl2, ਮੀਨਸ ਲਾਸ ਆਫ ਆਕਸੀਜਨ, ਲਾਸ ਆਫ ਆਕਸੀਜਨ। ਇਹ ਕੀ ਹੋ ਗਈ ਜੀ ਰਿਡਕਸ਼ਨ। HCl ਹੈ, ਇੱਥੇ HCl ਕੀ ਬਣ ਗਿਆ ਵਾਟਰ, ਮਤਲਬ ਐਡੀਸ਼ਨ ਆਫ ਆਕਸੀਜਨ। ਜਾਂ ਆਪਾਂ ਕਹਿ ਸਕਦੇ ਹਾਂ HCl ਉਹ ਕੀ ਬਣ ਗਿਆ ਕਲੋਰੀਨ, ਰਿਮੂਵਲ ਆਫ ਹਾਈਡਰੋਜਨ। ਠੀਕ ਹੈ, ਦੇਖੋ ਦੋ ਕੇਸ ਹੋ ਰਹੇ ਨੇ, ਇਹਦੀ ਤਾਂ ਸਿੰਪਲ ਕੀ ਹੋ ਰਹੀ ਹੈ ਲਾਸ ਆਫ ਆਕਸੀਜਨ, HCl ਇੱਕ ਕੀ ਬਣਿਆ ਵਾਟਰ, ਮਤਲਬ ਹਾਈਡਰੋਜਨ ਐਡੀਸ਼ਨ ਆਫ ਆਕਸੀਜਨ। ਉਦੋਂ ਬਾਅਦ HCl ਕੀ ਬਣਿਆ ਕੱਲਾ ਕਲੋਰੀਨ, ਮਤਲਬ ਰਿਮੂਵਲ ਆਫ ਹਾਈਡਰੋਜਨ। ਹੁਣ ਆਪਾਂ ਉੱਪਰਲੀਆਂ ਰਿਐਕਸ਼ਨਸ ਨੂੰ ਦੇਖਦੇ ਹੋਏ ਇੱਕ ਆ ਵੀ ਚੀਜ਼ ਦੇਖਾਂਗੇ ਵੀ ਜਿਹੜਾ ਕਾਰਬਨ ਸੀ ਦੇਖੋ ਆਪਣਾ ਉਹ ਆਕਸੀਡਾਈਜ਼ਡ ਹੋ ਗਿਆ ਸੀ ਮੋਨੋਆਕਸਾਈਡ, ਐਂਡ ਜਿਹੜਾ ਜ਼ਿੰਕ ਆਕਸਾਈਡ ਸੀ ਉਹ ਰਿਡਿਊਸਡ ਹੋ ਗਿਆ ਜ਼ਿੰਕ। ਇੱਧਰ HCl ਸੀ ਜਿਹੜਾ ਆਕਸੀਡਾਈਜ਼ਡ ਹੋ ਗਿਆ Cl2, ਐਂਡ MnO2 ਰਿਡਿਊਸਡ ਹੋ ਗਿਆ MnCl2। ਮੀਨਸ ਇੱਥੇ HCl ਹੈ ਜਿਹੜਾ ਇਹ ਆਕਸੀਡਾਈਜ਼ ਹੋ ਗਿਆ ਟੂ Cl2। ਕਿਵੇਂ, ਹੁਣ ਆਪਾਂ ਇੱਕ ਹੋਰ ਗੱਲ ਯਾਦ ਰੱਖਣੀ ਹੈ, ਜਿਵੇਂ ਆਪਾਂ ਉੱਪਰ ਪੜ੍ਹਿਆ ਸੀ ਵੀ ਆਕਸੀਜਨ ਕੀ ਹੁੰਦੀ ਹੈ ਐਡੀਸ਼ਨ ਆਫ ਆਕਸੀਜਨ, ਲਾਸ ਆਫ ਆਕਸੀਜਨ ਕੀ ਹੁੰਦੀ ਹੈ ਰਿਡਕਸ਼ਨ। ਹੁਣ ਇੱਕ ਗੱਲ ਹੋਰ ਨਿਕਲ ਕੇ ਆਈ ਹੈ ਵੀ ਆਪਾਂ ਕੀ ਕਹਿ ਸਕਦੇ ਹਾਂ ਵੀ ਜੇ ਕੋਈ ਸਬਸਟਾਂਸ ਜਾਂ ਤਾਂ ਆਕਸੀਜਨ ਗੇਨ ਕਰੇ ਜਾਂ ਫਿਰ ਹਾਈਡਰੋਜਨ ਲਾਸ ਕਰੇ, ਉਹ ਆਪਾਂ ਕੀ ਕਹਾਂਗੇ ਵੀ ਇਹ ਕੀ ਹੋ ਗਿਆ, ਇਹ ਆਕਸੀਡਾਈਜ਼ ਹੋ ਗਿਆ। ਜੇ ਕੋਈ ਸਬਸਟਾਂਸ ਆਕਸੀਜਨ ਗੇਨ ਕਰੇ ਜਾਂ ਫਿਰ ਹਾਈਡਰੋਜਨ ਲਾਸ ਕਰੇ, ਆਪਾਂ ਕੀ ਕਹਾਂਗੇ ਸਬਸਟਾਂਸ ਇਜ਼ ਆਕਸੀਡਾਈਜ਼। ਐਂਡ ਜੇ ਕੋਈ ਸਬਸਟਾਂਸ ਆਕਸੀਜਨ ਲਾਸ ਕਰੇ ਹਾਈਡਰੋਜਨ ਗੇਨ ਕਰੇ ਤਾਂ ਆਪਾਂ ਉਹਨੂੰ ਕੀ ਕਹਾਂਗੇ ਸਬਸਟਾਂਸ ਇਜ਼ ਗੈਟ ਰਿਡਿਊਸਡ। ਦੋ ਗੱਲਾਂ ਨੇ, ਆਕਸੀਡੇਸ਼ਨ ਹੁੰਦਾ ਜੀ ਐਡੀਸ਼ਨ ਆਫ ਆਕਸੀਜਨ, ਰਿਡਕਸ਼ਨ ਹੁੰਦਾ ਲਾਸ ਆਫ ਆਕਸੀਜਨ। ਐਂਡ ਜੇ ਕੋਈ ਸਬਸਟਾਂਸ ਆਕਸੀਜਨ ਗੇਨ ਕਰੇ ਹਾਈਡਰੋਜਨ ਲਾਸ ਕਰੇ, ਉਹ ਸਬਸਟਾਂਸ ਕੀ ਹੋ ਜਾਊਗਾ ਉਹ ਆਕਸੀਡਾਈਜ਼। ਜੇ ਕੋਈ ਸਬਸਟਾਂਸ ਆਕਸੀਜਨ ਲਾਸ ਕਰੇ ਹਾਈਡਰੋਜਨ ਗੇਨ ਕਰੇ, ਉਹ ਸਬਸਟਾਂਸ ਕੀ ਹੋ ਜਾਊਗਾ ਰਿਡਿਊਸ। ਜਿਵੇਂ ਉਰੇ ਦੇਖੋ ਕਾਪਰ ਕੀ ਹੋ ਗਿਆ ਰਿਡਿਊਸ ਹੋ ਗਿਆ, ਹਾਈਡਰੋਜਨ ਕੀ ਹੋ ਗਿਆ ਆਕਸੀਡਾਈਜ਼ ਹੋ ਗਿਆ। ਉਰੇ ਇਹਨੇ ਕੀ ਆਕਸੀਜਨ ਲਾਸ ਕਰੀ ਹੈ, ਇਹ ਕੀ ਹੋ ਗਿਆ ਰਿਡਿਊਸ। ਉਰੇ HCl ਨੇ ਹਾਈਡਰੋਜਨ ਲਾਸ ਕਰੀ ਹੈ, HCl ਨੇ ਹਾਈਡਰੋਜਨ ਲਾਸ ਕਰੀ ਹੈ, ਆਕਸੀਜਨ ਨਹੀਂ ਲਾਸ ਕਰੀ, ਹਾਈਡਰੋਜਨ ਲਾਸ ਕਰੀ ਹੈ, ਮਤਲਬ ਇਹ ਵੀ ਕੀ ਹੋ ਗਿਆ ਆਕਸੀਡਾਈਜ਼, ਇਹ ਆਕਸੀਡਾਈਜ਼ ਟੂ Cl2। ਠੀਕ ਹੈ ਜੀ, ਇਹ ਆਪਣੀਆਂ ਟਾਈਪਸ ਆਫ ਰਿਐਕਸ਼ਨ ਸੀ। ਐਂਡ ਆਪਣਾ ਇੱਕ ਟੌਪਿਕ ਰਹਿ ਗਿਆ ਕਰੋਜ਼ਨ ਤੇ ਰੈਂਸੀਡਿਟੀ ਦਾ, ਉਹ ਆਪਾਂ ਨੈਕਸਟ ਚੈਪਟਰ 'ਚ ਨੈਕਸਟ ਵੀਡੀਓ 'ਚ ਕਰਾਂਗੇ। ਐਂਡ ਇੱਕ ਗੱਲ ਹੋਰ, ਮੈਂ ਹੁਣ ਤੁਹਾਨੂੰ ਆ ਸਾਰੇ ਜਿੰਨੇ ਵੀ ਆਪਣੀਆਂ 3 ਜਾਂ 4 ਵੀਡੀਓ ਬਣੀਆਂ ਨੇ, ਮੈਂ ਇਹ ਸਾਰੇ ਆਪਣੇ ਨੋਟਸ ਦੀ PDF ਬਣਾ ਕੇ ਤੁਹਾਨੂੰ ਸੈਂਡ ਕਰ ਦੇਣਾ, ਤੁਸੀਂ ਪਲੀਜ਼ ਡਾਊਨਲੋਡ ਕਰ ਲਿਓ, ਤੁਹਾਡੇ ਵਾਸਤੇ ਉਹ ਫਾਇਦੇਮੰਦ ਰਹੂਗੀ। ਥੈਂਕ ਯੂ ਵੈਰੀ ਮੱਚ।